ਕੀਤੀ ਹੈ ਕਿ ਲਾਅ ਐਂਡ ਆਰਡਰ ਦਾ ਬਹੁਤ ਬੁਰਾ ਹਾਲ ਸਹੀ ਮਾਇਨੇ ਦੇ ਵਿੱਚ ਜਿਸ ਤਰ੍ਹਾਂ ਪਟਿਆਲੇ ਵਾਲਾ ਇਨਸੀਡੈਂਟ ਹੋਇਆ ਅਸੀਂ ਇਹ ਗੱਲ ਕਹੀ ਸੀ ਕਿ ਵੇਖੋ ਤੁਹਾਡੀ ਇੰਟੈਲੀਜੈਂਸ ਏਜੰਸੀਜ਼ ਨੇ ਪੁਲਿਸ ਏਜੰਸੀਜ਼ ਨੇ ਇਹਨਾਂ ਨੂੰ ਤਕਰੀਬਨ ਇੱਕ ਹਫ਼ਤਾ ਪਹਿਲੇ ਵਾਰਨ ਕਰ ਦਿੱਤਾ ਗਿਆ ਸੀ ਕੁਝ ਸੰਸਥਾਵਾਂ ਵੱਲੋਂ ਕਿ ਅਸੀਂ ਇਸ ਕਿਸਮ ਦਾ ਪਟਿਆਲੇ ਦੇ ਵਿੱਚ ਜਲੂਸ ਕੱਢਣਾ ਤਾਂ ਦੂਸਰੇ ਪਾਸੋਂ ਵੀ ਤਿਆਰੀ ਹੋ ਰਹੀ ਸੀ ਲੋਕ ਨਿਰੇ ਪਟਿਆਲੇ ਚੋਂ ਨਹੀਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਉੱਥੇ ਪਹੁੰਚੇ ਸੀ ਤੁਸੀਂ ਜੋ ਇਨਸੀਡੈਂਟ ਹੋ ਗਿਆ ਸਾਰਾ ਦੋ ਕਮਿਊਨਿਟੀਜ਼ ਜਿਹੜੀਆਂ ਹਮੇਸ਼ਾ ਜਿਨ੍ਹਾਂ ਦਾ ਨੌਂ ਤੇ ਮਾਸ ਦਾ ਰਿਸ਼ਤਾ ਉਹਨਾਂ ਦੇ ਵਿੱਚ ਤਣਾਅ ਪੈਦਾ ਕਰਕੇ ਮਗਰੋਂ ਤੁਸੀਂ ਆਈਜੀ ਬਦਲਤਾ ਜਾਂ ਕੋਈ ਡੀਆਈਜੀ ਬਦਲਤਾ ਜਾਂ ਕੋਈ ਐਸਐਸਪੀ ਜਾਂ ਐਸਪੀ ਬਦਲਤਾ ਇਹ ਸਹੀ ਮਾਇਨੇ ਦੇ ਵਿੱਚ ਬਕਾਇਦਾ ਤੌਰ ਫੇਲੀਅਰ ਹੈ ਪੰਜਾਬ ਸਰਕਾਰ ਨੂੰ ਇਹਨੂੰ ਇੰਟਰਸੈਪਟ ਕਰਨਾ ਚਾਹੀਦਾ ਪਹਿਲੇ ਤੋਂ ਸਰਕਾਰਾਂ ਚੰਗੀਆਂ ਸਰਕਾਰਾਂ ਉਹ ਕਹੀਆਂ ਜਾਂਦੀਆਂ ਜਿਹੜੇ ਪ੍ਰੀਐਮਪਟਿਵ ਮੈਜਰਸ ਲੈਂਦੀਆਂ ਬਾਅਦ ਦੇ ਵਿੱਚ ਸਾਰੇ ਹੀ ਲੈ ਲੈਂਦੇ ਨੇ ਬਾਅਦ ਦੇ ਵਿੱਚ ਇਹ ਆਪਣੇ ਆਪ ਦੇ ਤੇ ਲੈਣਾ ਨਹੀਂ ਸੀ ਡੀਜੀਪੀ ਨੇ ਨਾ ਮਾਨ ਸਾਹਿਬ ਨੇ ਕਿਉਂਕਿ ਮਾਨ ਸਾਹਿਬ ਹੋਮ ਮਿਨਿਸਟਰ ਵੀ ਨੇ ਬਲੀ ਦੇ ਬੱਕਰੇ ਹੋਰ ਚੜਾਤੇ ਬੰਦੇ ਲਿਆ ਕੇ ਤੋ ਇਸ ਗੱਲ ਕਾਰਨ ਫਿਰ ਇਹ ਵੀ ਅਸੀਂ ਗੱਲ ਕਹੀ ਕਿ ਗਵਰਨਰ ਸਾਹਿਬ ਇਸ ਤਰ੍ਹਾਂ ਹੈ ਕਿ ਪੁਰਾਣਾ 1983 ਦੇ ਵਿੱਚ ਸਿਮਲਰ ਪੰਜਾਬ ਦੇ ਵਿੱਚ ਜਦੋਂ ਹਾਲਾਤ ਵਿਗੜੇ ਨੇ ਸਾਰਿਆਂ ਨੂੰ ਪਹਿਲੇ ਇਸੇ ਸ਼ਹਿਰ 'ਚੋਂ ਇਸੇ ਕਿਸਮ ਦੀਆਂ ਸੰਸਥਾਵਾਂ ਨੇ ਪੰਜਾਬ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਸੀ ਪੰਜਾਬ ਆਲਰੇਡੀ ਹੈਜ਼ ਹਿਸਟਰੀ ਆਫ ਦਿਸ 35,000 ਤੋਂ ਵੱਧ ਪੰਜਾਬੀਆਂ ਨੇ ਸ਼ਹਾਦਤਾਂ ਦਿੱਤੀਆਂ ਬਹੁਤ ਸਾਰੇ ਇੰਪੋਰਟੈਂਟ ਲੋਕ ਜਿਹੜੇ ਨੇ ਇਸ ਪੰਜਾਬ ਦੇ ਵਿੱਚ ਜਿਹੜੀ ਕਤਲੋਗਾਰਤ ਸੀ ਉਹਦੇ ਸ਼ਿਕਾਰ ਹੋਏ ਸਾਡੇ ਆਪਣੇ ਪਰਿਵਾਰ ਹੋਏ ਇਹ ਉਸ ਕਿਸਮ ਦੀ ਬੈਕਗ੍ਰਾਉਂਡ ਫੇਰ ਬਣ ਰਹੀ ਨਾਲ ਅਸੀਂ ਇਹ ਵੀ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਕਿ ਵੇਖੋ ਬਾਰਡਰ ਦਾ ਸੂਬਾ ਹੈ ਕਿੰਨੇ ਮਹੀਨਿਆਂ ਤੋਂ ਲਗਾਤਾਰ ਰਿਪੋਰਟਸ ਨੇ ਵੈਪਨਸ ਆ ਰਹੇ ਨੇ ਪਾਕਿਸਤਾਨ ਤੋਂ ਨਸ਼ਾ ਆ ਰਿਹਾ ਹੈਰੋਇਨ ਆ ਰਹੀ ਹੈ ਐਂਡ ਸਾਨੂੰ ਵੀ ਇਹ ਜਾਣਕਾਰੀ ਹੈ ਕਿ ਬਹੁਤ ਵੱਡੇ ਪੈਮਾਨੇ ਤੇ ਇਲੀਗਲ ਵੈਪਨ ਪੰਜਾਬ 'ਚ ਹੈ ਬਜਾਏ ਕਿ ਤੁਸੀਂ ਇਹਦੇ ਤੇ ਕੋਈ ਪ੍ਰੀਐਮਪਟਿਵ ਮੈਜਰਸ ਲੈ ਜਾਣ ਅਸੀਂ ਇਹ ਦੱਸਿਆ ਕਿ ਤਕਰੀਬਨ 55 ਤੋਂ 60 ਕਤਲ ਪੰਜਾਬ 'ਚ ਹੋ ਚੁੱਕੇ ਨਾਮੀ ਲੋਕ ਦਿਨ ਦਿਹਾੜੇ ਚੱਲਦੇ ਹੋਏ ਕਬੱਡੀ ਦੇ ਮੈਚਸ ਦੇ ਵਿੱਚ ਲੋਕਾਂ ਨੂੰ ਜਿਸ ਤਰ੍ਹਾਂ ਮਾਰਿਆ ਗਿਆ ਮੇਰੇ ਏਰੀਏ ਦੇ ਵਿੱਚ 4 ਕਤਲ ਹੋਏ ਨੇ ਸੋ ਇਹ ਸਾਰੀ ਚੀਜ਼ ਜਿਹੜੀ ਹੈ ਪੁਲਿਸ ਨੂੰ ਸਤਰਕ ਰਹਿਣ ਦੀ ਲੋੜ ਨਵੇਂ ਆਏ ਨੇ ਇਹ ਗੱਲ ਠੀਕ ਹੈ ਤਜਰਬੇ ਦੀ ਕਮੀ ਹੈ ਬਟ ਬੜੇ ਸ਼ੌਕ ਦੇ ਨਾਲ ਲੋਕਾਂ ਨੂੰ ਇਹ ਗੱਲ ਕਹੀ ਹੈ ਬਦਲਾਵ ਲੈ ਕੇ ਬਦਲਾਵ ਕੀ ਲੈ ਕੇ ਆਵਾਂਗੇ ਕਿਸੇ ਆਦਮੀ ਦੀ ਨਾ ਜ਼ਿੰਦਗੀ ਮਹਿਫੂਜ਼ ਹੈ ਨਾ ਕਿਸੇ ਦੀ ਜਾਇਦਾਦ ਮਹਿਫੂਜ਼ ਹੈ ਸੂਬੇ ਦੇ ਵਿੱਚ ਜਿੰਨਾ ਚਿਰ ਅਸੀਂ ਲਾਅ ਐਂਡ ਆਰਡਰ ਨੂੰ ਕੰਟਰੋਲ ਨਹੀਂ ਕਰਦੇ ਮੈਂ ਕੇਜਰੀਵਾਲ ਸਾਹਿਬ ਨੂੰ ਭਗਵੰਤ ਮਾਨ ਜੀ ਦੀ ਆਕਾ ਜੀ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਹਾਲ ਹੋਏਗੀ ਤਾਂ ਕੋਈ ਬਾਹਰੋਂ ਇੰਡਸਟਰੀ ਲਗਾਉਣ ਵਾਸਤੇ ਜਾਂ ਇੱਥੇ ਕੋਈ ਇਨਵੈਸਟਮੈਂਟ ਵਾਸਤੇ ਆਏਗਾ ਜਿਸ ਕਿਸਮ ਦਾ ਤੁਸੀਂ ਮਾਹੌਲ ਬਣਾਇਆ ਪੰਜਾਬ ਸਾਨੂੰ ਤੇ ਖਦਸ਼ਾ ਕਿ ਇਹ ਜਿਹੜੇ ਇੱਥੇ ਹੈ ਨੇ ਇਹ ਵੀ ਨਾ ਕਿਤੇ ਭੱਜ ਜਾਣੇ ਤੇ ਚੀਫ ਮਿਨਿਸਟਰ ਸਾਹਿਬ ਨੂੰ ਬੇਨਤੀ ਕਰਾਂਗੇ ਅੱਜ ਦੇ ਦਿਨ ਤੱਕ ਮੁੱਖ ਮੰਤਰੀ ਜੀ ਤੁਹਾਡੇ ਕੋਲ ਟਾਈਮ ਨਹੀਂ ਮਿਲਿਆ ਤੁਸੀਂ ਪਟਿਆਲੇ ਤੱਕ ਨਹੀਂ ਜਾ ਸਕੇ 5ਵੀਂ 6ਵੀਂ ਫੇਰੀ ਦਿੱਲੀ ਵੱਲੋਂ ਆਏ ਨੇ ਇਹ ਰੋਜ਼ ਦਿੱਲੀ ਕਰਦੇ ਕੀ ਨੇ ਤੇ ਜੇ ਇੰਨਾ ਪਿਆਰ ਹੀ ਹੈ ਦਿੱਲੀ ਦੇ ਆਕਾ ਨਾਲ 4 ਕੋਠੀਆਂ ਸੀਐਮ ਸਾਹਿਬ ਨੇ ਆਪਣੇ ਨਾਂ ਕਰਾ ਲਈਆਂ ਉਹਨਾਂ ਆਕਾ ਨੂੰ ਪੱਕੇ ਤੌਰ ਇੱਥੇ ਸੱਦ ਲੈਣਾ ਇਹਨੇ ਗੁਸਲਾ ਲੈ ਲਿਆ ਕਰ ਤੋ ਇਹ ਸਾਡੀ ਗੁਜ਼ਾਰਿਸ਼ ਹੈ ਗਵਰਨਰ ਸਾਹਿਬ ਨੂੰ ਗੱਲ ਕਹੀ ਕਿ ਤੁਸੀਂ ਕਨਸਟੀਟਿਊਸ਼ਨਲ ਹੈਡ ਹੋ ਮਜ਼ਬੂਤੀ ਨਾਲ ਸੂਬਾ ਹਰ ਪਾਸਿਓਂ ਪਛੜ ਰਿਹਾ ਲਾਅ ਐਂਡ ਆਰਡਰ ਤੋਂ ਪਛੜ ਰਿਹਾ ਬਿਜਲੀ ਦਾ ਹਾਲ ਤੇ ਜਿਹੜੇ ਬਾਮੀ ਇਹਨਾਂ ਨੇ ਇਹ ਜਿਹੜੇ ਸੌਦੇ ਕੀਤੇ ਨੇ ਇਹ ਐਗਰੀਮੈਂਟਸ ਕੀਤੀਆਂ ਵਿੱਚ ਟੋਟਲੀ ਅਨਕਨਸਟੀਟਿਊਸ਼ਨਲ ਇਹਨਾਂ ਤੇ ਤੁਸੀਂ ਸੰਗਿਆਨ ਲਓ ਸੋ ਇਹ ਅਸੀਂ ਅੱਜ ਗਵਰਨਰ ਸਾਹਿਬ ਨੂੰ ਕਹਿ ਕੇ ਕਦ ਤੱਕ ਇੰਤਜ਼ਾਰ ਕੀਤਾ ਜਾਊਗਾ ਐਕਸ਼ਨ ਦਾ ਜੇ ਨਹੀਂ ਹੁੰਦਾ ਉਸ ਤੋਂ ਅੱਗੇ ਦੀ ਤੁਹਾਡੀ ਕੀ ਰਣਨੀਤੀ ਰਹੂਗੀ ਕੀ ਹਾਈ ਕੋਰਟ ਦਾ ਰੁਖ ਕੀਤਾ ਜਾਊਗਾ ਅੱਗੇ ਦਾ ਤੁਹਾਡਾ ਕੀ ਇਸ ਦੇ ਉੱਤੇ ਫਾਲੋ ਰਹੇਗਾ ਮੇਰਾ ਖਿਆਲ ਅੱਜ ਅਸੀਂ ਗਵਰਨਰ ਸਾਹਿਬ ਕੋਲੇ ਬੇਨਤੀ ਕੀਤੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਟਾਈਮ ਉਹਨਾਂ ਨੇ ਕਿਹਾ ਕਿ ਮੈਨੂੰ ਇਹਨੂੰ ਚੰਗੀ ਤਰ੍ਹਾਂ ਪੜ੍ਹ ਲੈਣ ਦਿਓ ਜੋ ਵੀ ਉਸ ਤੋਂ ਬਾਅਦ ਟਿੱਪਣੀ ਆਉਂਦੀ ਹੈ ਜਾਂ ਉਹ ਗੱਲ ਦੱਸਦੇ ਆ ਫਿਰ ਉਸ ਤੋਂ ਬਾਅਦ ਅਗਲੀ ਜਿਹੜੀ ਰਣਨੀਤੀ ਹੋਊਗੀ ਜਾਂ ਅਗਲੀ ਕੀ ਕਾਰਵਾਈ ਹੋਊਗੀ ਉਹ ਤੁਹਾਨੂੰ ਦੱਸ ਦਿੱਤੀ ਜਾਊਗੀ ਤੁਸੀਂ ਵੈਸੇ ਸਲਾਹ ਲੈ ਲਈ ਹੋਏਗੀ ਆਪਦੇ ਮਾਹਿਰਾਂ ਦੀ ਵੀ ਸਲਾਹ ਲੈ ਲਈ ਹੋਏਗੀ ਕਿ ਇਹਦੇ ਵਿੱਚ ਕਾਨੂੰਨੀ ਤੌਰ ਤੇ ਵੀ ਸਮਝੌਤਾ ਹੋਇਆ ਬਿਲਕੁਲ ਕਾਨੂੰਨੀ ਮਾਹਿਰਾਂ ਦੀ ਰਾਏ ਲੈ ਕੇ ਉਸ ਤੋਂ ਬਾਅਦ ਪ੍ਰੋਪਰ ਜਿਹੜੇ ਕਨਸਟੀਟਿਊਸ਼ਨ ਦੇ ਜਿਹੜੇ ਸੈਕਸ਼ਨ ਉਹ ਲਿਖ ਕੇ ਤੁਹਾਨੂੰ ਵੀ ਉਹਦੀਆਂ ਕਾਪੀਜ਼ ਦੇ ਦਿੱਤੀਆਂ ਜਾਣੀਆਂ ਅਦਰਵਾਈਜ਼ ਅਸੀਂ ਗਵਰਨਰ ਸਾਹਿਬ ਨੂੰ MOU ਸਾਈਨ ਦੇਣਾ ਹੀ ਨਹੀਂ ਸੀਗਾ ਸੋ ਮਾਹਿਰ ਇਹ ਗੱਲ ਕਹਿੰਦੇ ਨੇ ਕਿ ਇਹ ਬਿਲਕੁਲ ਐਗਰੀਮੈਂਟ ਹੋ ਹੀ ਨਹੀਂ ਸਕਦਾ ਇਹ ਸਰਾਸਰ ਗਲਤ ਸਾਈਨ ਹੋਇਆ ਇਹ ਰੱਦ ਹੋਏਗਾ 100%। ਬ੍ਰਿੰਗ ਸਾਹਿਬ ਹਰੀਸ਼ ਚੌਧਰੀ ਹੋਰਾਂ ਨੇ ਚਿੱਠੀ ਜਿਹੜੀ ਹੈ ਲਿਖੀ ਹੈ ਪਾਰਟੀ ਪ੍ਰੈਜ਼ੀਡੈਂਟ ਕਾਂਗਰਸ ਪ੍ਰੈਜ਼ੀਡੈਂਟ ਉਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਖਿਲਾਫ ਜਿਹੜਾ ਰਿਕਮੈਂਡ ਕੀਤਾ ਡਿਸਪਲਿਨਰੀ ਐਕਸ਼ਨ ਤੁਹਾਡੇ ਨੋਟ ਦਾ ਵੀ ਜ਼ਿਕਰ ਹੈ ਉਸ ਦੇ ਵਿੱਚ ਤੁਸੀਂ ਇੱਕ ਨੋਟ ਦਿੱਤਾ ਸੀਗਾ ਹਰੀਸ਼ ਚੌਧਰੀ ਹੋਰਾਂ ਮੈਂ ਕੱਲ ਵੀ ਇਹ ਗੱਲ ਕਹੀ ਸੀ ਤੁਹਾਨੂੰ ਅੱਜ ਦਾ ਨਾਲੇ ਮੁੱਦਾ ਕੁਝ ਹੋਰ ਹੈ
ਇਹਦੇ 'ਚ ਨਾ ਇਹ ਗੱਲ ਕਰੀਏ, ਪਰ ਲੇਕਿਨ ਕੱਲ ਤੁਹਾਨੂੰ ਇਸ ਗੱਲ ਦਾ ਜਵਾਬ ਦੇ ਦਿੱਤਾ ਸੀ ਕਿ ਪਾਰਟੀ ਦਾ ਇੰਟਰਨਲ ਮੈਟਰ ਹੈ। ਇਸ ਤਰ੍ਹਾਂ ਦੀਆਂ ਬਹੁਤ ਪਾਰਟੀ ਦੇ ਪਰਿਵਾਰ ਦੀਆਂ ਆਪਸ ਵਿੱਚ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ। ਸੋ ਉਹ ਮੈਂ ਨਹੀਂ ਸਮਝਦਾ ਕਿ ਉਹ ਕਿਤੇ ਪਬਲਿਕ ਫੋਰਮ ਤੇ ਅਸੀਂ ਉਹਨਾਂ ਨੂੰ ਉਜਾਗਰ ਕਰੀਏ। ਭਾਈ ਬਸ ਬਜਟ ਆਣਾ ਹੈ ਔਰ ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਲੋਕਾਂ ਦੀ ਰਾਏ ਜਿਹੜੀ ਹੈ ਅਸੀਂ ਲਵਾਂਗੇ। ਪੋਰਟਲ ਨੂੰ ਜਾਰੀ ਕੀਤਾ ਹੈ, ਉਹਦੇ ਲੋਕਾਂ ਦੀ ਰਾਏ ਜਿਹੜੀ ਹੈ ਮੰਗੀ ਗਈ ਹੈ ਬਜਟ ਦੇ ਬਾਅਦ। ਬਹੁਤ ਚੰਗੀ ਗੱਲ ਕੀਤੀ ਹੈ, ਕਿਉਂਕਿ ਇਹਨਾਂ ਦੀ ਤੇ ਆਪਣੀ ਰਾਏ ਕੋਈ ਹੈ ਨਹੀਂ। ਇਹ ਤੇ ਵਿਚਾਰੇ ਹੋਰ ਕਰਨ ਵੀ ਕੀ। ਇਹ ਤੇ ਕਹਿਣ ਤੋਂ ਰਹਿ ਕਿ ਸਾਨੂੰ ਆਪਣੀ ਵਾਕਫੀਅਤ ਕੋਈ ਨਹੀਂ, ਲੋਕਾਂ ਦੀ ਰਾਏ ਲੈਣਾ ਤੇ ਚੰਗੀ ਗੱਲ ਹੈ, ਜ਼ਰੂਰ ਲੈਣ। ਬਟ ਇਹਨਾਂ ਗਰੀਬਾਂ ਨੂੰ ਆਪ ਹੀ ਨਹੀਂ ਪਤਾ। ਚੀਮਾ ਸਾਹਿਬ ਨੇ ਮੇਰੇ ਏਰੀਆ 'ਚ ਕਿਹਾ ਸੀ ਕਮਾਦ ਦਾ ਝਾੜ 100 ਕੁਇੰਟਲ ਤੱਕ ਲੈ ਜਾਣਾ। ਇਹ ਨਹੀਂ ਪਤਾ ਕਿ ਐਵਰੇਜ ਝਾੜ ਸਾਡੇ 350 400 ਕੁਇੰਟਲ। ਜਿਹਨੂੰ ਇਹ ਹੀ ਨਹੀਂ ਪਤਾ ਤੇ ਫਾਈਨੈਂਸ ਦਾ ਮਹਿਕਮਾ ਦੇ ਦਿੱਤਾ। ਇਹ ਹੁਣ ਆ ਕਹਿ सिंपल सवाल है, आपने संविधान का सारे हवाले दे दिए कि इसके तहत ये हो ही नहीं सकता समझौता। तो जब वो संविधान के तहत हो ही नहीं सकता तो रद्द किस चीज़ को करने की मांग कर रहे हैं? मैंने उसके ऊपर कॉग्निजेंस कौन लेगा? गवर्नर। कस्टोडियन कौन है? गवर्नर साहब। गवर्नर साहब को इतला दी है 100% ये रद्द होगा। जिस प्रकार से उन्होंने एग्रीमेंट किया ये हो नहीं सकता था, लेकिन हम उसको कैसे कहेंगे कि हमने रद्द कर दिया? किसी ना किसी को, कस्टोडियन जो है गवर्नर साहब के पास अधिकार है कि वो ही कहेंगे कि ये हो ही नहीं सकता था। नहीं तो हम अगर ये बात कहेंगे हमने तो कह दिया कि ये हो ही नहीं सकता था, हम इसको रद्द मानते हैं, लेकिन वो कहेंगे ये कौन होते हैं? ट्रांसपोर्ट मंत्री रहे हैं, कल मोहर लगा दी कि जो पेनल्टीज है उसे 3 महीने एक्सटेंड ट्रांसपोर्टरों के लिए कर दिए। कल और भी 4 वादों पर एग्जीक्यूट करने की बात आम आदमी पार्टी ने की। तो कांग्रेस कह रही है ये कौन सी पेनल्टी की बात कर? जो ट्रांसपोर्टर्स पर टैक्स की पेनल्टी थी जो उसको एक्सटेंड कर दिया, 3 महीने दे दिए। हाँ ठीक है, मेरे को लगता है कि छोटे स्मॉल ट्रांसपोर्टर्स हैं जो, उनको अगर एक्सटेंशन दी है अगर टैक्स भरने की तो कोई बुरी बात नहीं है, दे देनी चाहिए 3 महीने एक्सटेंशन। अच्छी बात है क्योंकि इससे टैक्स हमारे को ज़्यादा आ सकता है। और वन पेंशन वन रैंक जो MLA के लिए कहा तो उस पर भी एग्जीक्यूशन की उन्होंने बात कही है बीते कल भगवंत मान। मैं आपको ये कहना चाहता हूँ, ये पेंशन हुआ और ये टैक्स वाला ये कोई बड़े मुद्दे नहीं हैं। चाहे वो कम कर दें चाहे नहीं कम कर दें, ये कोई मुद्दा ही नहीं है और ये किसी का मुद्दा था ही नहीं। ये खाली लोगों का ध्यान डाइवर्ट करने के लिए कि जो असल मूल रूप के मुद्दे हैं, लॉ एंड ऑर्डर मूल रूप का मुद्दा है। जिस प्रकार से केजरीवाल साहब रोजाना दिल्ली जा रहे हैं, हमारे को ठेके पे दे दिया है दिल्ली सरकार को, ये मुद्दे हैं। ये जो पटियाला में हुआ है वो मुद्दा है, अभी तक भगवंत सिंह मान वहां पर गए नहीं है। इन मुद्दों से ध्यान हट जाए इसलिए ये अनाम शनाम ये बातें हो रही हैं।